मरदाना ये सारिਆਂ ਦਾ। ਕਹਿਣ ਲੱਗੇ ਫਿਰ ਉਮਰ ਇੰਨੀ ਥੋੜੀ ਕਿਉਂ ਲਿਖੀ ਹੈ? ਉਹ ਕਹਿੰਦੇ ਠੀਕ ਆ, ਅਸੀਂ ਤੈਨੂੰ ਸਮਝਾਉਂਦੇ ਹਾਂ, ਬੈਠ ਜਾਓ, ਜਲ ਪਾਣੀ ਛਕੋ। ਉਸ ਤੋਂ ਬਾਅਦ ਕਹਿਣ ਲੱਗੇ ਭਾਈ ਮਰਦਾਨਾ, ਸਾਡਾ ਜੋ ਨਗਰ ਹੈ ਇਹਦੇ ਵਿੱਚ ਕੋਈ ਮਨਮੁਖ ਨਹੀਂ ਹੈ, ਇਹ ਸਾਰੇ ਗੁਰੂ ਵਾਲੇ ਹਨ, ਇੱਥੇ ਨਿਗੋਰਾ ਨਹੀਂ ਹੈ ਕੋਈ। ਸਾਰਾ ਨਗਰ ਇਹ ਪਰਮੇਸ਼ਰ ਦਾ ਪਿਆਰਾ ਤੇ ਪੀਰ ਪ੍ਰਸਤ ਹੈ। ਸਾਡੇ ਨਗਰ ਦੇ ਵਿੱਚ ਇਹ ਰਸਮ ਚਲੀ ਆਉਂਦੀ ਹੈ, ਰੀਤ ਚਲੀ ਆਉਂਦੀ ਹੈ ਕਿ ਜਿਸ ਵਕਤ ਬੱਚਾ 5 ਸਾਲ ਦਾ ਹੋ ਜਾਵੇ, ਉਸ ਵੇਲੇ ਉਸਦੇ ਮਾਂ-ਬਾਪ ਉਸ ਨੂੰ ਇੱਕ ਕਾਪੀ ਦੇ ਦਿੰਦੇ ਨੇ ਅਤੇ ਉਹ ਕਾਪੀ ਦੇ ਵਿੱਚ ਉਹ ਗੱਲਾਂ ਲਿਖਦੇ ਨੇ, ਚੰਗੀਆਂ ਬਾਤਾਂ ਦੱਸ ਦਿੰਦੇ ਨੇ ਕਿ ਤੂੰ ਇੰਨਾ ਚਿਰ ਇਬਾਦਤ ਕਰਿਆ ਕਰ ਖੁਦਾ ਦੀ। ਉਸ ਵੇਲੇ ਤੋਂ ਹੀ ਲਾ ਦਿੰਦੇ ਨੇ ਅਤੇ ਨੋਟ ਆਪ ਕਰਦੇ ਨੇ। ਜਦ 18 ਸਾਲ ਦਾ ਹੋ ਜਾਂਦਾ ਹੈ, ਉਸ ਵੇਲੇ ਉਸ ਨੂੰ ਕਾਪੀ ਸਾਡੀ ਪੰਚਾਇਤ ਦਿੰਦੀ ਹੈ ਕਿ ਬੱਚਾ ਹੁਣ ਤੂੰ ਵੱਡਾ ਹੋ ਗਿਆ ਅਤੇ ਹੁਣ ਤੂੰ ਆਪ ਲਿਖਿਆ ਕਰ। ਸੋ ਭਾਈ ਮਰਦਾਨਾ ਜਦ ਉਹ ਚੜ੍ਹਾਈ ਕਰ ਜਾਂਦਾ ਪਰਮੇਸ਼ਰ ਦੇ ਹੁਕਮ ਦੇ ਮੁਤਾਬਕ, ਉਸ ਵੇਲੇ ਸਾਡੀ ਪੰਚਾਇਤ ਇਕੱਠੀ ਹੁੰਦੀ ਹੈ ਅਤੇ ਉਹਦੀ ਜੋ ਵਹੀ ਹੈ, ਜੋ ਉਸ ਦਾ ਲੈਜਰ ਹੈ, ਜਿਹਦੇ ਵਿੱਚ ਉਸ ਨੇ ਆਪਣੇ ਖਾਤੇ ਲਿਖੇ ਹੋਏ ਨੇ ਪਰਮੇਸ਼ਰ ਵੱਲ ਨੂੰ, ਉਹ ਫਿਰ ਅਸੀਂ ਜੋੜਦੇ ਹਾਂ, ਮਿੰਟ ਸਕਿੰਟ ਜੋੜ ਕੇ ਫਿਰ ਅਸੀਂ ਦਿਨ ਬਣਾਉਂਦੇ ਹਾਂ, ਹਫ਼ਤੇ ਬਣਾਉਂਦੇ ਹਾਂ, ਸਾਲ ਬਣਾਉਂਦੇ ਹਾਂ। ਫਿਰ ਜਿੰਨੇ ਬਣ ਜਾਂਦੇ ਨੇ ਭਾਈ ਮਰਦਾਨਾ, ਅਸੀਂ ਉਹਦੇ ਲਿਖ ਦਿੰਦੇ ਹਾਂ ਕਿ ਇੰਨੀ ਉਮਰ ਭੋਗੀ ਹੈ, ਇਹ ਤਾਂ ਹੈਗੀ ਲੇਖੇ ਵਿੱਚ, ਬਾਕੀ ਜਿਹੜੀ ਉਮਰ ਹੈ ਉਹ ਸਾਰੀ ਇਸ ਦੀ ਬੇਅਰਥ ਚਲੀ। ਹੈਰਾਨ ਹੋ ਗਿਆ, ਮਹਾਰਾਜ ਕੋ ਆ ਗਿਆ। ਮਹਾਰਾਜ ਕਹਿੰਦੇ ਹਾਂ ਭਾਈ ਮਰਦਾਨਾ, ਇਹ ਗੁਰਮੁਖਾਂ ਦਾ ਨਗਰ ਹੈ। ਸੋ ਕਹਿਣ ਲੱਗੇ ਉਹ ਲੇਖਾ ਜਿਹੜਾ ਵਾਧੇ ਦਾ ਹੈ ਭਾਈ ਉਹ ਕਮਾਓ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਸੋ ਉਹ ਪੜ੍ਹਿਆ ਹੋਇਆ ਹੈ ਜਿਹੜਾ ਇਹ ਗੱਲ ਜਾਣਦਾ ਹੈ ਕਿ ਇਹ ਸੰਸਾਰ ਤੋਂ ਦਰਗਾਹ ਵਿੱਚ ਜਾਣਾ ਹੈ ਅਤੇ ਉੱਥੇ ਜਾ ਕੇ ਸ਼ਰਮਿੰਦਾ ਨਾ ਹੋ ਜਾਏ। ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਉੱਥੇ ਜਾ ਕੇ ਸ਼ਰਮਿੰਦਗੀ ਨਾ ਉਠਾਉਣੀ ਪਵੇ, ਮਾਰ ਨਾ ਉਠਾਉਣੀ ਪਵੇ। ਉੱਥੇ ਆਦਰ ਵਾਲੀ ਪੜ੍ਹਾਈ ਪੜ੍ਹ। ਸਾਰੇ ਜਿੱਥੇ ਧਨ ਧਨ ਕਹੇ ਸਭ ਕੋਈ, ਜਿੱਥੇ ਧਨ ਧਨ ਹੁੰਦੀ ਹੈ ਉਹ ਪੜ੍ਹਾਈ ਪੜ੍ਹ। ਸੋ ਐਸੀ ਪੜ੍ਹਾਈ ਹੈ, ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕੇ ਸਦ ਬਲਿਹਾਰ। ਸੋ ਮਹਾਰਾਜ ਕਹਿਣ ਲੱਗੇ, ਹੇ ਪਾਧਾ ਜੀ, ਇਹ ਪੜ੍ਹਾਈ ਜਿਹੜੀ ਤੁਸੀਂ ਮੈਨੂੰ ਪੜ੍ਹਾਉਣ ਲੱਗੇ ਹੋ ਇਹ ਮੇਰੇ ਕਿਸੇ ਕੰਮ ਨਹੀਂ ਹੈ। ਮੈਨੂੰ ਜੇ ਪੜ੍ਹਾਉਣੀ ਹੈ ਤੁਸੀਂ ਆਤਮ ਵਿਦਿਆ ਪੜ੍ਹਾਓ, ਬਰਮ ਵਿਦਿਆ ਪੜ੍ਹਾਓ। ਕਹਿਣ ਲੱਗਿਆ, ਹੇ ਨਾਨਕ, ਮੈਂ ਤਾਂ ਅਣਜਾਣ, ਮੈਂ ਨਹੀਂ ਇਹ ਜਾਣਦਾ। ਮੈਨੂੰ ਇਹ ਦੱਸ। ਦੂਸਰੇ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਫੱਟੀ ਲਿਖੀ, ਪੱਟੀ ਜਿਸ ਨੂੰ ਆਸਾ ਰਾਗ 'ਚ ਕਹਿੰਦੇ ਨੇ, ਕਿੱਡੇ ਬੜੀਆਂ ਉੱਚੀਆਂ ਉਡਾਰੀਆਂ ਲਿਖੀਆਂ ਅਤੇ ਪੰਡਤ ਨਿਹਾਲ ਹੋ ਗਿਆ। ਸੋ ਇਸ ਤਰ੍ਹਾਂ ਵਿੱਦਿਆ ਨੂੰ ਪੜ੍ਹ ਕੇ ਮਨਮੁਖ ਵਾਲੀ ਵਿੱਦਿਆ ਕਰਨੀ ਉਹ ਪੋਇਜ਼ਨ ਹੁੰਦੀ ਹੈ, ਦੂਸਰੇ ਨੂੰ ਨੁਕਸਾਨ ਦੇਣ ਵਾਲੀ, ਧੋਖੇ ਦੇਣ ਵਾਲੀ। ਇਹ ਅਪਮਾਨ ਹੁੰਦਾ ਹੈ। ਇਹ ਜੇ ਵਿੱਦਿਆ ਦਾ ਅਪਮਾਨ ਹੋ ਜਾਵੇ, ਉਸ ਦੇ ਵਿੱਚ ਉੱਚਾਪਣ ਹੋਣ ਕਰਕੇ ਉਹ ਕਿਸੇ ਦੇ ਉਪਦੇਸ਼ ਨੂੰ ਮੰਨਦਾ ਨਹੀਂ। ਸੋ ਇਸ ਕਰਕੇ ਜਿਹੜਾ ਅਪਮਾਨ ਹੈ ਉਹਨੂੰ ਪ੍ਰਵਾਨ ਨਹੀਂ ਕੀਤਾ ਮਹਾਰਾਜ ਨੇ। ਅਤੇ ਇਸ ਤਰ੍ਹਾਂ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਨੇ ਇਹ ਗਲਤ ਹੋਇਆ ਕਰਦੀਆਂ ਅਤੇ ਜੰਮਣ ਮਰਨ ਦੇ ਵਿੱਚ ਪਾ ਦਿੰਦੀਆਂ ਅਤੇ ਗਲਤ ਚੀਜ਼ਾਂ ਦੇ ਵਿੱਚ ਲੈ ਜਾਂਦੀਆਂ। ਮਾਲ ਹੀ ਹੈ, ਆਦਮੀ ਸਾਰੀ ਜ਼ਿੰਦਗੀ ਪੈਸਾ 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 ਕਰਦਾ ਚੜ੍ਹਾਈ ਕਰ ਗਿਆ ਅਤੇ ਨਤੀਜਾ ਕੀ ਹੋਏਗਾ? ਮਰਨ ਤੋਂ ਬਾਅਦ ਉਹਦੀ ਸੁਰਤੀ ਪੈਸੇ 'ਚ ਰਹਿ ਜਾਏ। ਅਤੇ ਮਹਾਰਾਜ ਕਹਿੰਦੇ ਜਿਸ ਦੀ ਸੁਰਤੀ ਪੈਸੇ ਵਿੱਚ ਰਹਿ ਜਾਵੇ ਉਹ ਜੀਵਾਤਮਾ ਤਾਂ ਉਸ ਦਾ ਮਰਦਾ ਨਹੀਂ ਹੁੰਦਾ। ਸਰੀਰ ਜਿਹੜਾ ਮਰਦਾ, 3 ਕਿਸਮ ਦੇ ਸਰੀਰ ਮਹਾਂਪੁਰਸ਼ਾਂ ਨੇ ਦੱਸੇ ਨੇ ਕਿ ਇੱਕ ਤਾਂ ਫਿਜ਼ੀਕਲ ਬੋਡੀ ਹੈ ਜਿਹੜੀ ਸਭ ਨੂੰ ਦਿਸਦੀ ਹੈ, ਇਹ 3.5 ਹੱਥ ਦਾ ਸਰੀਰ ਹੈ, ਦਾਣੇ ਪਾਣੀ ਨਾਲ ਚੱਲਣ ਵਾਲੀ ਦੇਹ, ਇਹ ਸਭ ਜਾਣਦੇ ਨੇ। ਇਹਦੇ ਵਿੱਚ ਸੂਖਸ਼ਮ ਸਰੀਰ ਹੈ ਜਿਸ ਦੇ ਅੰਦਰ 19 ਚੀਜ਼ਾਂ ਨੇ, ਉਹਦੇ ਅੰਦਰ ਕਾਰਨ ਸਰੀਰ ਹੈ, ਫਿਰ ਆਤਮਾ ਹੈ। ਸੋ ਇਹ ਜਿਹੜਾ ਸੂਖਸ਼ਮ ਸਰੀਰ ਹੈ ਇਹ ਮਰਦਾ ਨਹੀਂ, ਮਰਨਹਾਰ ਇਹ ਜੀਰਾ ਨੇ। ਅਤੇ ਇੱਥੋਂ ਜਾਂਦਾ ਅਤੇ ਉਹਦੀ ਗਤੀ ਕੀ ਹੁੰਦੀ ਹੈ? ਅੰਤਮਤੇ ਸੋ ਗਤੇ। ਜੋ ਸਾਰੀ ਜ਼ਿੰਦਗੀ ਕੰਮ ਕਰਿਆ ਹੈ ਉਹ ਉਹਦੇ ਮੱਤ ਵਿੱਚ ਆ ਜਾਏਗੀ ਅਤੇ ਉਹ ਹੀ ਉਸੇ ਦੇ ਮੁਤਾਬਕ ਉਸ ਦੀ ਗਤੀ ਹੋਏਗੀ। ਮਹਾਰਾਜ ਫਰਮਾਨ ਕਰ ਰਹੇ ਹੈ ਕਿ ਜੇ ਅੰਤ ਦੇ ਸਮੇਂ ਮਾਇਆ ਕਦੇ ਦਾ ਧਿਆਨ ਮਾਇਆ 'ਚ ਰਹਿ ਗਿਆ, ਅੰਤਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਹੋਏ ਉਤਰੇ, ਸੱਪ ਬਣ ਜਾਏ। ਇਸੇ ਤਰ੍ਹਾਂ ਪ੍ਰੋਪਰਟੀ ਹੈ ਆਦਮੀ ਦੇ ਪਾਸ, ਮਕਾਨ ਹੈ, ਕੋਠੀਆਂ ਹੈ, ਬਾਜ਼ਾਰ ਬਣਾ ਲਏ, ਸੁਰਤੀ ਮਰਨ ਵੇਲੇ ਉਹਦੇ 'ਚ ਰਹਿ ਗਈ। ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਪ੍ਰੇਤ ਜੋਨ ਬਲ ਬਲ ਉਤਰੇ, ਪ੍ਰੇਤ ਦੀ ਜੂਨੀ ਪਛਤਾ ਦੇ ਵਿੱਚ ਪੈ ਜਾਏਗਾ। ਸੋ ਇਸ ਕਰਕੇ ਜਿਹੜੇ ਅਪਮਾਨ ਨੇ ਇਹ ਕਿੱਡੇ ਕਿੱਡੇ ਨੁਕਸਾਨ ਪਹੁੰਚਾਉਂਦੇ ਨੇ। ਸੋ ਮਹਾਰਾਜ ਫਰਮਾਨ ਕਰਦੇ ਆ ਵੀ ਜਿਹਦੇ ਅੰਦਰ ਅਪਮਾਨ ਹੈ
ਉਹ ਤਾਂ ਬਹੁਤ ਨੀਵੀਂ ਗਤੀ ਨੂੰ ਜਾਂਦਾ। ਜਿਸਕੇ ਅੰਤਰ ਰਾਜ ਮਮਾਨ ਸੋ ਨਰਕ ਪਾਤੀ ਹੋਵਤ ਸੁਆਨ। ਨਰਕਾਂ 'ਚ ਜਾਂਦਾ ਹੈ ਤੇ ਕੁੱਤਾ ਬਣ ਜਾਂਦਾ। ਜੋ ਜਾਨਾ ਮੈਂ ਜੋਵਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ। ਜਿਹੜਾ ਕਹਿੰਦਾ ਮੈਂ ਬਹੁਤ ਸੋਹਣਾ, ਮੇਰੇ ਵਰਗਾ ਜੋਵਨ ਨਹੀਂ ਕਿਸੇ ਦੇ ਕੋਲ, ਕਹਿੰਦੇ ਮਰਨ ਤੋਂ ਬਾਅਦ ਇੱਕ ਵਿਸ਼ਟਾ ਦਾ ਜੰਤ ਬਣ ਜਾਂਦਾ। ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬ ਜੋਨ ਪਰਮਾਰ। ਜਿਹੜਾ ਕਹਿੰਦਾ ਮੈਂ ਕਰਮਾਂ ਵਾਲਾ ਹਾਂ, ਮੈਨੂੰ ਪਰਮੇਸ਼ਰ ਨੇ ਪੁੱਤਰ ਵੀ ਦਿੱਤੇ ਹੋਏ ਨੇ, ਧਨ ਵੀ ਦਿੱਤਾ ਹੋਇਆ, ਕੋਠੀ ਵੀ ਦਿੱਤੀ ਹੋਈ ਹੈ, ਸਭ ਕੁਝ ਦਿੱਤਾ ਹੈ, ਲੇਕਿਨ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ, ਇਹਦੇ ਵਿੱਚ ਮਸਤ ਰਹਿੰਦਾ। ਮਹਾਰਾਜ ਕਹਿੰਦੇ ਫਿਰ ਉਹ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਦੁਨੀਆ ਦੇ ਵਿੱਚ ਘੁੰਮਦਾ ਰਹਿੰਦਾ। ਧਨ ਭੂਮਿਕਾ ਜੋ ਕਰੇ ਗਮਾਨ ਸੋ ਮੂਰਖ ਅੰਤ ਆ ਗਿਆ। ਕਹਿੰਦੇ ਜਿਹੜਾ ਧਨ ਦਾ ਤੇ ਜ਼ਮੀਨ ਦਾ ਗਮਾਨ ਕਰਦਾ ਹੈ, ਉਹ ਤਾਂ ਕਹਿੰਦੇ ਮੂਰਖ ਹੈ, ਮੂਰਖ ਅੰਧਾ ਹੈ, ਬਲਾਈਂਡ ਹੈ, ਤੇ ਉਸ ਨੂੰ ਕਿਸੇ ਗੱਲ ਦਾ ਪਤਾ ਨਹੀਂ, ਅਗਿਆਨੀ ਹੈ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਸਿੰਘਾਂ ਦੇ ਨਾਲ ਜਾਂਦੇ ਨੇ, ਜਾਂਦੇ ਜਾਂਦੇ ਕੀ ਦੇਖਦੇ ਨੇ, ਇੱਕ ਤਿੱਤਰ ਬੋਲ ਰਿਹਾ ਬਹੁਤ ਜ਼ੋਰ ਦੇ ਨਾਲ, ਇਸ ਤਰ੍ਹਾਂ ਲੜਦਾ ਜਿਵੇਂ ਹੁੰਦਾ ਐ ਬੋਲਦਾ। ਮਹਾਰਾਜ ਦੇਖ ਕੇ ਇੱਕ ਸ਼ਬਦ ਉਚਾਰਨ ਕਰਨ ਲੱਗੇ, ਭੂਮੀਆਂ ਭੂਮ ਉਪਰ ਨਿਤ ਲੂਜੈ ਛੋੜ ਚਲੇ ਤ੍ਰਿਸ਼ਨਾ ਨਹੀਂ ਬੂਝੈ। ਸਿੰਘਾਂ ਨੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਇਹ ਅਚਾਨਕ ਬਾਣੀ ਦਾ ਉਚਾਰਨ ਕਿਵੇਂ ਹੋ ਗਿਆ? ਮਹਾਰਾਜ ਕਹਿੰਦੇ ਦੇਖੋ ਭਾਈ ਉਹ ਤਿੱਤਰ ਕਿਵੇਂ ਬੋਲਦਾ। ਕਹਿੰਦੇ ਮਹਾਰਾਜ ਬੋਲਦਾ ਤਾਂ ਹੈ। ਕਹਿੰਦੇ ਦੇਖੋ ਇਸ ਥਾਂ ਦਾ ਇਹ ਰਾਜਾ ਸੀ, ਸਾਰੀ ਜ਼ਮੀਨ ਦਾ ਮਾਲਕ ਸੀ, ਪਰ ਮਰਨ ਤੋਂ ਬਾਅਦ ਤਿੱਤਰ ਬਣ ਗਿਆ। ਤਿੱਤਰ ਵੀ ਕਾਣਾ ਬਣਿਆ ਹੋਇਆ, ਪਿਛਲੇ ਜਨਮ ਦੀ ਯਾਦਦਾਸ਼ਤ ਇਹਦੇ ਮਨ ਵਿੱਚ ਹੋਣ ਕਰਕੇ ਇਹ ਅਜੇ ਵੀ ਜ਼ਮੀਨ 'ਤੇ ਕਬਜ਼ਾ ਰੱਖਦਾ। ਸੋ ਮਹਾਰਾਜ ਕਹਿੰਦੇ ਧਨ ਭੂਮਿਕਾ ਜੋ ਕਰੇ ਗਮਾਨ ਸੋ ਮੂਰਖ ਅੰਧਾ ਆ ਗਿਆ। ਧਨਵੰਤਾ ਹੋਏ ਕਰ ਗਰਵਾਵੈ। ਪੈਸੇ ਵਾਲਾ ਹੋ ਕੇ ਹੰਕਾਰੀ ਹੰਕਾਰ ਕਰਦਾ ਹੈ। ਤੇਰਨ ਸਮਾਨ ਕੱਛ ਸੰਗ ਨਾ ਜਾਵੇ। ਤੇਰੇ ਨਾਲ ਤਾਂ ਇੱਕ ਪੈਸਾ ਵੀ ਨਹੀਂ ਜਾਣਾ, ਧੇਲਾ ਵੀ ਨਹੀਂ ਜਾਣਾ, ਕਿੰਨਾ ਹੀ ਧਨ ਕਮਾ ਲੈ, ਨਾਲ ਨਹੀਂ ਜਾਂਦਾ। ਗੁਰੂ ਨਾਨਕ ਪਾਤਸ਼ਾਹ ਜਦ ਅਰਬ ਕੰਟਰੀਆਂ 'ਚ ਗਏ, ਉੱਥੇ ਆਪ ਇੱਕ ਰਾਜੇ ਦੇ ਬਾਰੇ ਆਪ ਨੇ ਸੁਣਿਆ ਕਿ ਇੱਕ ਬੜਾ ਹੀ ਜ਼ਾਲਮ ਰਾਜਾ ਹੈ, ਤੇ ਉਹ ਰਾਜਾ ਬਹੁਤ ਪ੍ਰਜਾ ਦੇ ਉੱਤੇ ਜ਼ੁਲਮ ਕਰਦਾ। ਆਪ ਉਸ ਦੇ ਰਾਜ ਵਿੱਚ ਗਏ ਤਾਂ ਉੱਥੇ ਕੀ ਦੇਖਦੇ ਨੇ ਵੀ ਹੱਦ ਤੋਂ ਜ਼ਿਆਦਾ ਗਰੀਬੀ ਹੈ। ਉੱਥੇ ਪੁੱਛਿਆ ਵੀ ਇੰਨੇ ਤੁਸੀਂ ਕਿਉਂ ਗਰੀਬ ਹੋ? ਕਹਿਣ ਲੱਗੇ ਮਹਾਰਾਜ ਸਾਡਾ ਰਾਜਾ, ਜਿਸ ਦਾ ਨਾਮ ਕਾਰੂ ਹੈ, ਫਾਰਸ ਦਾ ਰਾਜਾ, ਈਰਾਨ ਦੇ ਉੱਪਰਲੇ ਪਾਸੇ, ਸੋ ਕਹਿਣ ਲੱਗੇ ਵੀ ਇਹ ਐਡਾ ਮਾੜਾ ਰਾਜਾ ਹੈ ਵੀ ਰਿਆਇਆ ਤੋਂ ਸਾਰਾ ਧਨ ਖੋ ਰਿਹਾ। ਕਹਿਣ ਲੱਗੇ ਮਹਾਰਾਜ ਇੱਕ ਵੀ ਪੈਸਾ ਨਹੀਂ ਰਹਿਣ ਦਿੱਤਾ। ਇਹਦੇ ਨਿਰਦਈ ਪੁਣੇ ਦੀ ਕਿੱਥੇ ਤੱਕ ਗੱਲ ਕਰੀਏ। ਇੱਕ ਵਾਰੀ ਇਸ ਨੇ ਆਪਣੇ ਅਮੀਰਾਂ ਵਜ਼ੀਰਾਂ ਤੋਂ ਪੁੱਛਿਆ ਕਿ ਕੀ ਸਾਰਾ ਧਨ ਪ੍ਰਜਾ ਤੋਂ ਖੋਹ ਲਿਆ ਕਿ ਅਜੇ ਹੈ? ਸਭ ਨੇ ਕਿਹਾ ਵੀ ਹੁਣ ਨਹੀਂ ਹੈ ਮਹਾਰਾਜ, ਸਾਰਾ ਸ਼ਾਹੀ ਖਜ਼ਾਨੇ 'ਚ ਆ ਗਿਆ। ਉਸ ਵੇਲੇ ਇਸਨੇ ਇੱਕ ਗੁਲਾਮ ਲੌਂਡੀ ਬਹੁਤ ਹੀ ਸੁੰਦਰ ਸੀ, ਬੱਗੀ ਦੇ ਵਿੱਚ ਬਿਠਾਈ ਤੇ ਢੰਡੋਰਾ ਫੇਰਿਆ ਵੀ ਜਿਹੜਾ 1 ਰੁਪਈਆ ਦੇਗਾ ਉਸ ਦੇ ਨਾਲ ਇਹਦੀ ਸ਼ਾਦੀ ਕਰ ਦਿੱਤੀ ਜਾਏਗੀ। ਇੱਕ ਨੌਜਵਾਨ ਨੇ ਜਦ ਇਹ ਸੁਣਿਆ, ਉਹ ਮਾਂ ਦੇ ਪਾਸ ਆਇਆ, ਕਹਿਣ ਲੱਗਿਆ ਮਾਤਾ 1 ਰੁਪਈਏ ਨੂੰ ਅਜੇ ਦੀ ਦਾਸੀ ਮਿਲਦੀ ਹੈ, ਗੁਲਾਮ ਮਿਲਦੀ ਹੈ, ਲੌਂਡੀ ਮਿਲਦੀ ਹੈ, ਤੇ ਕਿਰਪਾ ਕਰ ਮੈਨੂੰ 1 ਰੁਪਈਆ ਦੇ। ਕਹਿਣ ਲੱਗੀ ਬੇਟਾ 1 ਰੁਪਈਆ ਤਾਂ ਇਹਨੇ ਛੱਡਿਆ ਹੀ ਨਹੀਂ। ਕਹਿੰਦਾ ਫੇਰ ਜੇ ਨਹੀਂ ਦਿੰਦੀ ਤਾਂ ਮੈਂ ਕੁਠਾਰ ਮਾਰ ਕੇ ਮਰ। ਮਾਂ ਕਹਿਣ ਲੱਗੀ ਬੇਟਾ ਤੂੰ ਮਰਨਾ, ਮੈਂ ਜੁਗਤ ਦੱਸ ਦਿੰਦੀ ਹਾਂ। ਤੇਰੇ ਬਾਪ ਦੀ ਜਦ ਮੌਤ ਹੋਈ ਸੀ, ਜਦ ਉਹਨੂੰ ਕਬਰ 'ਚ ਦੱਬਿਆ ਤਾਂ ਉਹਦੇ ਮੂੰਹ ਵਿੱਚ 1 ਰੁਪਈਆ ਪਾਇਆ ਸੀ, ਜਾ ਕਬਰ ਪੱਟ ਕੇ ਉਹ ਰੁਪਈਆ ਕੱਢ ਲੈ। ਸੋ ਇਸੇ ਤਰ੍ਹਾਂ ਕਰਿਆ, ਰੁਪਈਆ ਲੈ ਕੇ ਹਾਜ਼ਰ ਹੋ ਗਿਆ ਕਚਹਿਰੀ। ਕਹਿੰਦੇ ਇਹਨੂੰ ਗ੍ਰਿਫਤਾਰ ਕਰੋ, ਫੜੋ। ਦੱਸ ਕਹਿੰਦੇ ਰੁਪਈਆ ਕਿੱਥੋਂ ਲਿਆ? ਵਜ਼ੀਰ ਹੈਰਾਨ ਹੋ ਗਏ ਵੀ ਰੁਪਈਆ ਤਾਂ ਅਸੀਂ ਰਹਿਣ ਨਹੀਂ ਦਿੱਤਾ, ਤੇ ਇਹ ਰੁਪਈਆ ਕਿਸ ਤਰ੍ਹਾਂ ਦੇ ਨਾਲ ਇਹਦੇ ਕੋਲ ਰਹਿ ਗਿਆ? ਸੋ ਉਸ ਵੇਲੇ ਆਪ ਨੇ ਉਸ ਲੜਕੇ ਨੇ ਦੱਸਿਆ, ਕਹਿਣ ਲੱਗੇ ਬਾਦਸ਼ਾਹ ਸਲਾਮਤ, ਇਹ ਰੁਪਈਆ ਮੈਂ ਆਪਣੇ ਪਿਓ ਦੇ ਮੂੰਹ 'ਚੋਂ ਕੱਢ ਕੇ ਲਿਆਇਆ, ਕਿਉਂਕਿ ਜਦ ਮੇਰਾ ਪਿਓ ਮਰਿਆ ਸੀ ਉਸ ਵੇਲੇ 1 ਰੁਪਈਆ ਉਹਦੇ ਮੂੰਹ 'ਚ ਪਾਇਆ ਸੀ। ਹੁਕਮ ਹੋ ਗਿਆ ਕਿ ਸਭ ਕਬਰਾਂ ਪੱਟੋ। ਮੁਰਦਿਆਂ ਦੇ ਮੂੰਹਾਂ 'ਚੋਂ ਰੁਪਈਆ ਕੱਢ ਲਿਆ। ਗੁਰੂ ਨਾਨਕ ਪਾਤਸ਼ਾਹ ਉਸ ਦੇ ਪਾਸ ਚਲੇ ਗਏ, ਜਾ ਕੇ ਸੁਨੇਹਾ ਭੇਜਿਆ ਕਿ ਬਾਦਸ਼ਾਹ ਸਲਾਮਤ ਤੈਨੂੰ ਇੱਕ ਦਰਵੇਸ਼ ਮਿਲਣ ਵਾਸਤੇ ਆਇਆ। ਤੇ ਉਸ ਨੇ ਟਾਈਮ ਦੇ ਦਿੱਤਾ, ਤੇ ਜਦੋਂ ਉਹ ਆਇਆ ਤਾਂ ਗੁਰੂ ਨਾਨਕ ਪਾਤਸ਼ਾਹ ਉਸ ਵੇਲੇ ਠੀਕਰੀਆਂ ਇਕੱਠੀਆਂ ਕਰਕੇ ਥੈਲੀਆਂ ਭਰਨ ਲੱਗ ਗਏ। ਭਾਈ ਮਰਦਾਨਾ ਵੀ ਥੈਲੀਆਂ ਪਾ ਰਿਹਾ ਤੇ ਭਾਈ ਵਾਲਾ ਵੀ। ਤਾਂ ਉਸ ਵੇਲੇ ਹੈਰਾਨ ਹੋ ਗਿਆ ਵੀ ਇਹ ਦਰਵੇਸ਼ ਕੀ ਕਰੀ ਜਾਂਦਾ। ਦਰਸ਼ਨ ਕਰੇ ਤਾਂ ਭੁੱਖ ਲੈਂਦੀ ਹੈ, ਪਰ ਬੋਲਦੇ ਨਹੀਂ। ਗੁਰੂ ਨਾਨਕ ਚੁੱਪ ਕਰੇ, ਫਟਾਫਟ ਚੱਕ ਰਹੇ।
ਤੇ ਉਸਨੇ ਕਿਹਾ ਹੈ, ਦਰਵੇਸ਼ ਸਾਈਂ ਤੁਸੀਂ ਆਸਣ ਤੇ ਬੈਠੋ, ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ। ਇਹ ਕੀ ਕਰਦੇ ਹੋ? ਕਹਿਣ ਲੱਗੇ, ਰਾਜਨ ਇਹ ਠੀਕਰੀਆਂ ਤੇਰੇ ਕਿਲੇ ਦੇ ਦੁਆਲੇ ਬੜੀਆਂ ਹੀ ਸੁੰਦਰ ਨੇ, ਇਹ ਅਸੀਂ ਇਕੱਠੀਆਂ ਕਰ ਰਹੇ ਹਾਂ। ਕਹਿੰਦੇ ਕੀ ਕਰੋਗੇ? ਕਹਿੰਦੇ ਜਦੋਂ ਅਸੀਂ ਇਸ ਸੰਸਾਰ ਤੋਂ ਜਾਵਾਂਗੇ ਅਸੀਂ ਨਾਲ ਲੈ ਕੇ ਜਾਣੀਆਂ। ਕਹਿੰਦੇ ਕਿਵੇਂ ਲੈ ਕੇ ਜਾਵਾਂਗੇ, ਕੋਈ ਤਰੀਕਾ ਹੈ? ਕਹਿੰਦੇ ਹਾਂ, ਤਾਂ 40 ਗੰਜ ਜੋੜੇ ਹੋਏ ਨੇ ਧਨ ਦੇ, ਉਹਦੇ ਵਿੱਚ ਰੱਖ ਦਾਂਗੇ, ਜਦ ਤੂੰ ਉਹ ਲੈ ਜਾਏਗਾ ਇਹ ਵੀ ਨਾਲ ਲੈ ਚੱਲੀ, ਬਸ ਇੰਨੀ ਉਹ ਅਸੀਂ ਸਿਫਾਰਿਸ਼ ਹੈ ਸਾਡੀ ਤੇਰੇ ਥਾਈ ਕੰਮ, ਇਹ ਤੂੰ ਸਾਡਾ ਕੰਮ ਕਰ ਦੇ। ਅੱਖਾਂ ਖੁੱਲ੍ਹ ਗਈ। ਕਹਿਣ ਲੱਗਿਆ, ਦਰਵੇਸ਼ ਸਾਈਂ ਪੈਸਾ ਤਾਂ ਨਾਲ ਨਹੀਂ ਜਾਣਾ, ਇਹ ਤਾਂ ਇੱਥੇ ਹੀ ਰਹਿ ਜਾਣਾ, ਸਰੀਰ ਵੀ ਮੇਰਾ ਨਾਲ ਨਹੀਂ ਜਾਣਾ, ਉਹ ਵੀ ਕਬਰ ਵਿੱਚ ਪਿਆ ਹੋਇਆ, ਮਿੱਟੀ ਨੇ ਖਾ ਜਾਣਾ। ਕਹਿੰਦੇ ਫੇਰ ਤੂੰ ਇੰਨਾ ਧਨ ਕਿਉਂ ਜੋੜਿਆ, ਕਿਸ ਕੰਮ ਆਏਗਾ ਤੇਰੇ ਇਹ ਧਨ? ਉਸ ਵੇਲੇ ਮਹਾਰਾਜ ਨੇ ਫਰਮਾਨ ਕੀਤਾ, ਦਮੜਾ ਕਿसी का जो खर्चे और खाए, देवे दलावे रजाए खदाए, होता ना रखे अकेला ना खाए, तहकीक दिलदानी सोई पिस्त जाए। ਅੱਖਾਂ ਖੁੱਲ੍ਹ ਗਈਆਂ। ਕਹਿਣ ਲੱਗੇ, ਮਹਾਰਾਜ ਨਾਲ ਵੀ ਜਾ ਸਕਦਾ? ਕਹਿੰਦੇ ਹਾਂ, ਇਹਨੂੰ ਵੰਡ ਦੇ, ਰਿਆਇਆ ਤੇ ਲਾ ਦੇ, ਨੇਕ ਕੰਮਾਂ 'ਚ ਲਾ ਦੇ। ਜਿਹੜਾ ਨੇਕ ਕੰਮਾਂ 'ਚ ਲਾਇਆ ਹੋਇਆ ਧਨ ਹੁੰਦਾ ਉਹ ਅੰਤ ਦੇ ਸਮੇਂ ਪੁੰਨ ਦੇ ਰੂਪ 'ਚ ਬਣ ਕੇ ਨਾਲ ਜਾਇਆ ਕਰਦਾ। ਸੋ ਮਹਾਰਾਜ ਕਹਿੰਦੇ, ਧਨਵੰਤਾ ਹੋਏ ਕਰ ਗਰਵਾਵੈ, ਤੇਰੇ ਨੂੰ ਸਮਾਨ ਕਛ ਸੰਗ ਨਾ ਜਾਵੈ, ਭੋਰਾ ਜਿੰਨਾ ਵੀ ਤੇਰੇ ਨਾਲ ਨਹੀਂ ਜਾਣਾ। ਬਹੁ ਲਸ਼ਕਰ ਮਾਨੁਖ ਉੱਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਵਿਨਾਸ਼। ਸਭ ਤੇ ਆਪ ਜਾਣਾ ਬਲਵੰਤ, ਖਿਨਮੈ ਹੋਏ ਜਾਏ ਪਸਵੰਤ। ਜਿਹੜਾ ਕਹਿੰਦਾ ਮੈਂ ਬਲੀ ਹਾਂ, 1 ਸਕਿੰਟ ਲੱਗਦਾ, ਚੰਗੇ ਭਲੇ ਸਰੀਰ ਨੂੰ ਬਿਮਾਰੀ ਆ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਚੰਗਾ ਭਲਾ ਬੜਾ ਤਗੜਾ, ਲੇਕਿਨ ਅਚਾਨਕ ਪੈਰਾਲਾਈਸਿਸ ਦਾ ਦੌਰਾ ਪੈ ਗਿਆ। ਬੜਾ ਹੈਰਾਨ ਹੁੰਦਾ ਕਿ ਹੁਣ ਮੈਂ ਕੀ ਕਰਾਂ, ਬੇਵੱਸ ਹੋ ਗਿਆ, ਤੁਰ ਨਹੀਂ ਹੁੰਦਾ। ਮਹਾਰਾਜ ਕਹਿੰਦੇ ਕੋਈ ਇਤਬਾਰ ਨਹੀਂ ਹੋਇਆ ਕਰਦਾ ਭਾਈ, ਕਿੱਡਾ ਹੀ ਤਕੜਾ ਕਿਉਂ ਨਾ ਹੋਵੇ, ਸਭ ਤੇ ਆਪ ਜਾਣਾ ਹੈ ਬਲਵੰਤ, ਖਿਨਮੈ ਹੋਏ ਜਾਏ ਪਸਮੰਤ। ਇੱਕ ਅੱਖ ਦੇ ਪਲਕਾਰੇ ਦੇ ਵਿੱਚ ਭਸਮ ਬਣ ਜਾਂਦੀ ਹੈ। ਕਿਸੇ ਨਾ ਪਤਾ ਆਪ ਹੰਕਾਰੀ, ਕਿਸੇ ਨੂੰ ਨਿਗਾਹ ਥੱਲੇ ਨਹੀਂ ਲਿਆਉਂਦਾ ਵੀ ਮੇਰੇ ਕੋਲ ਧਨ ਵੀ ਜ਼ਿਆਦੇ ਹੈ, ਰੂਪ ਵੀ ਜ਼ਿਆਦੇ ਆ, ਵਿਦਿਆ ਵੀ ਮੇਰੇ ਕੋਲ ਹੈ, ਸਾਰੇ ਗੁਣ ਰੂਪ ਜਾਤ ਜੋਗਨ ਸਭ ਮੇਰੇ ਕੋਲ ਨੇ। ਮਹਾਰਾਜ ਕਹਿੰਦੇ ਹੰਕਾਰ ਦੇ ਵਿੱਚ ਕਿਸੇ ਨੂੰ ਨਿਗਾਹ ਥੱਲੇ ਨਹੀਂ ਲਿਆਉਂਦਾ। ਉਹ ਕਰੇਗਾ ਹੋਏਗਾ ਕਿ ਐਸੇ ਅਭਿਮਾਨ ਨੂੰ ਧਰਮ ਰਾਏ ਤਿਸ ਖਰੇ ਖੁਆਰੀ, ਧਰਮ ਰਾਜਾ ਉਹਨੂੰ ਖੁਆਰ ਕਰਦਾ। ਸੋ ਗੁਰ ਪ੍ਰਸਾਦ ਜਾ ਕਾ ਮਿਟਾਇ ਅਭਿਮਾਨ, ਸੋ ਜਨ ਦਰਗੇ ਪ੍ਰਵਾਨ। ਉਹ ਪ੍ਰਮਾਨ ਹੋਇਆ ਕਰਦਾ ਹੈ ਜਿਹਦਾ ਅਭਿਮਾਨ ਮਿਟ ਜਾਵੇ। ਸੋ ਇਸ ਤਰ੍ਹਾਂ ਦੇ ਨਾਲ ਪੜ੍ਹਾਈ ਦਾ, ਵਿਦਿਆ ਦਾ, ਤਪ ਦਾ, ਤਪੱਸਿਆ, ਨਾਮ ਜਪਣ, ਸਾਰੇ ਅਭਿਮਾਨ ਨੇ ਜਿੰਨੇ ਵੀ ਨੇ, ਇਹ ਛੱਡਿਆ ਨਹੀਂ ਜਾਂਦਾ। ਕਬੀਰ ਮਾਇਆ ਤਜੀ ਤੋ ਕਿਆ ਵਿਆਹ, ਜੋ ਮਾਨ ਤਜਿਆ ਨਾ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੀ ਕੋ ਖਾਏ। ਉਹ ਤਾਂ ਕਿਸੇ ਤੋਂ ਛੱਡ ਨਹੀਂ ਹੁੰਦਾ, ਘਰ ਛੱਡ ਸਕਦਾ, ਪੈਸਾ ਛੱਡ ਸਕਦਾ, ਕੋਈ ਔਖੀ ਬਾਤ ਨਹੀਂ। ਪਰ ਜਿਹੜੀ ਲੋਕਾਂ ਦੀ ਵਾਹ ਹੈ, ਥੋੜ੍ਹਾ ਜਿਹਾ ਉਹਦੀ ਫੀਲਿੰਗ ਨੂੰ ਕੋਈ ਇੰਜਰ ਕਰ ਦੇਵੇ, ਉਸ ਵੇਲੇ ਤੜਫ ਜਾਂਦਾ, ਕਿਉਂਕਿ ਮਾਨ ਵਿੱਚ ਜਿਉਂਦਾ, ਮਾਨ ਦੇ ਅੰਦਰ ਰਹਿ ਕੇ ਨੇਕੀ ਕਰਦਾ। ਉਹਦੀ ਸਾਰੀ ਨੇਕੀ ਮਾਨ ਦੇ ਅਧੀਨ ਹੈ। ਹਮ ਵੱਡ ਕਵ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ। ਅਸੀਂ ਤਾਂ ਸੰਨਿਆਸੀ ਹਾਂ, ਅਸੀਂ ਪੰਡਤ ਹਾਂ, ਅਸੀਂ ਵੱਡੀ ਕੁਲ ਵਾਲੇ ਹਾਂ, ਅਸੀਂ ਵੱਡੇ ਕਲੀ ਹਾਂ, ਗਿਆਨੀ ਗੁਣੀ ਸੂਰ ਹਮਦਾ ਤੇ ਇਹ ਬੁੱਧ ਕਵੇ ਨਾ ਨਾਸੀ। ਮਹਾਰਾਜ ਕਹਿੰਦੇ ਐਸੀ ਬੁੱਧ ਇਹਨੂੰ ਮਿਲੀ ਹੋਈ ਹੈ ਕਿ ਮੈਂ ਕਰਦਾ ਰਹਿੰਦਾ ਹੈ। ਆਪਸ ਕੋ ਦੀਰਘ ਕਰ ਜਾਣਾ ਹੈ, ਔਰਨ ਕੋ ਲਗ ਮਾਤ। ਮੈਂ ਬਹੁਤ ਵੱਡਾ, ਦੂਸਰਿਆਂ ਨੂੰ ਕਹਿੰਦਾ ਇਹ ਤਾਂ ਛੋਟੇ ਨੇ। ਮਨਸਾ ਵਾਚਾ ਕਰਮ ਨਾ ਮੈਂ ਦੇਖੇ ਦੋਸਤ ਦਾ। ਕਹਿੰਦੇ ਐਸੇ ਜੋ ਬੰਦੇ ਨੇ ਮਨ ਦੇ ਵਿੱਚ ਜਿਨ੍ਹਾਂ ਦੇ ਇਹ ਗੱਲਾਂ ਸਮਾਈਆਂ ਹੋਈਆਂ ਨੇ, ਮਹਾਰਾਜ ਕਹਿੰਦੇ ਅਸੀਂ ਦੇਖੇ ਨੇ ਅੱਖਾਂ ਦੇ ਨਾਲ, ਉਹ ਦੋਜ਼ਕਾਂ ਦੇ ਵਿੱਚ ਜਾ ਕੇ ਸੜ ਰਹੇ ਨੇ। ਸੋ ਇਸ ਤਰ੍ਹਾਂ ਦੇ ਨਾਲ ਅਭਿਮਾਨ ਜਿਹੜਾ ਹੈ ਬੁਰੀ ਚੀਜ਼ ਹੁੰਦੀ ਹੈ। ਮਹਾਰਾਜ ਦੇ ਵਿੱਚ ਫਰਮਾਨ ਹੈ, ਫਰੀਦਾ ਗਰਭ ਜਨਾ ਵਡਿਆਈਆਂ, ਧਨ ਜੋਬਨ ਆਗਾ, ਖਾਲੀ ਚੱਲੇ ਧਣੀ ਸਿਉ, ਟਿੱਬੇ ਜਿਉਂ ਵੀ ਆ। ਜਿਨ੍ਹਾਂ ਦੇ ਮਨ ਵਿੱਚ ਅਭਿਮਾਨ ਹੈ ਉਹ ਰੂਹਾਨੀ ਫੈਜ਼ ਹਾਸਲ ਨਹੀਂ ਕਰ ਸਕਿਆ ਕਰਦੇ, ਕਿਉਂਕਿ ਅਭਿਮਾਨ ਹੈ ਉਹਨਾਂ ਦੇ ਅੰਦਰ, ਅਤੇ ਉਹਨਾਂ ਦਾ ਅਭਿਮਾਨ ਕੋਈ ਚੀਜ਼ ਹਾਸਲ ਨਹੀਂ ਕਰਨ ਦਿੰਦਾ। ਚਾਹੇ ਦਿਨ ਰਾਤ ਸੰਤਾਂ ਦੇ ਨਾਲ, ਸੰਤਾਂ ਦੀ ਸੇਵਾ ਕਰਨ, ਲੰਗਰ 'ਚ ਪ੍ਰਸ਼ਾਦੇ ਪਕਾਉਣ, ਹੋਰ ਪਾਠ ਕਰਨ, ਨਿਤਨੇਮ ਵੱਡੇ ਵੱਡੇ ਕਰਨ, ਲੇਕਿਨ ਜੇ ਅੰਦਰ ਅਭਿਮਾਨ ਹੈ ਕੁਛ ਨਹੀਂ ਬਣਦਾ। ਮਹਾਂਪੁਰਸ਼ ਦੱਸਿਆ ਕਰਦੇ ਸੀ ਕਿ ਇੱਕ ਕੋਈ ਵੱਡਾ ਚੌਧਰੀ ਉਹ ਮਹਾਂਪੁਰਸ਼ਾਂ ਦੇ ਪਾਸ ਆਇਆ ਅਤੇ ਉਹਨੇ ਆ ਕੇ ਕਿਹਾ ਕਿ ਮਹਾਰਾਜ ਮੈਂ ਤੁਹਾਡਾ ਚੇਲਾ ਬਣਨਾ ਚਾਹੁੰਦਾ। ਮਹਾਤਮਾ ਕਹਿਣ ਲੱਗੇ, ਪ੍ਰੇਮੀਆ ਤੈਂ ਕੀ ਕਰਨਾ ਚੇਲਾ ਬਣ ਕੇ, ਤੂੰ ਘਰ ਵਿੱਚ ਹੀ ਰਹਿ, ਇੱਥੇ ਆ ਜਾਇਆ ਕਰ, ਪਹਿਲਾਂ ਸੰਗਤ ਕਰ। ਕਹਿੰਦਾ ਮਹਾਰਾਜ ਦੇਖੋ ਮੈਂ ਚੌਧਰੀ ਹਾਂ 30-32 ਪਿੰਡਾਂ ਦਾ, ਅਤੇ ਮੈਨੂੰ ਦੂਰ ਦੂਰ ਤੱਕ ਸਰਕਾਰੇ ਦਰਬਾਰੇ ਸਭ ਜਾਣਦੇ ਨੇ, ਅਤੇ ਜੇ ਮੈਂ ਆ ਗਿਆ ਇੱਥੇ ਮਾਇਆ ਦੇ ਅੰਬਾਰ ਲੱਗ ਜਾਣਗੇ, ਬੰਦੇ ਸਾਂਭ ਨਹੀਂ ਹੋਣੇ, ਐਨੇ ਆਉਣੇ ਆ। ਕਿਉਂਕਿ ਉਹਦਾ ਐਟੀਚਿਊਡ ਆਫ ਮਾਈਂਡ ਜਿਹੜਾ ਸੀ ਉਹਦਾ,
ਉਹ ਐਸਾ ਹੀ ਸੀ ਕਿ ਜੇ ਮਾਣ ਹੈ ਤਾਂ ਆਦਮੀ ਵੱਡਾ, ਜੇ ਮਾਣ ਨਹੀਂ ਹੈ ਤਾਂ ਛੋਟਾ ਆਦਮੀ। ਸੋ ਮਹਾਤਮਾ ਕਹਿਣ ਲੱਗੇ, ਪ੍ਰੇਮੀਆਂ ਅਸੀਂ ਬੰਦਿਆਂ ਤੋਂ ਕੀ ਲੈਣਾ, ਅਸੀਂ ਨਾਮ ਜਪਦੇ ਹਾਂ, ਗੋਸ਼ਾ ਨਸ਼ੀਨੀ ਆ, ਬੜੇ ਸੋਹਣੇ ਆ, ਤੇ ਮੱਖੀਆਂ ਆ ਜਾਣਗੀਆਂ, ਮੱਖੀਆਂ ਪਿੰਡ ਪਿੰਡ ਕਰਨਗੀਆਂ, ਕੋਈ ਮਤਲਬ ਨਹੀਂ, ਤੂੰ ਘਰੇ ਰਹਿ। ਕਹਿੰਦਾ ਨਹੀਂ ਮਹਾਰਾਜ, ਮੈਂ ਤਾਂ ਤੁਹਾਡੇ ਨਾਮ ਲੈਣਾ, ਤੁਹਾਡਾ ਚੇਲਾ ਬਣ। ਜਦ ਨਾ ਹੀ ਹਟਿਆ, ਸੰਤਾਂ ਨੇ ਕਿਹਾ ਵੀ ਇਹ ਤਾਂ ਤੰਗ ਕਰੇਗਾ ਕਰੇ, ਇਹਦਾ ਹੁਣੇ ਇਲਾਜ ਕਰਨਾ ਚਾਹੀਦਾ। ਕਹਿਣ ਲੱਗੇ ਪ੍ਰੇਮੀਆਂ, ਉਹ ਲੋਹੇ ਦਾ ਟੁਕੜਾ ਲਿਆ ਚੁੱਕ ਕੇ। ਲੋਹਾ ਲਿਆਂਦਾ ਤੇ ਸੰਤਾਂ ਦੇ ਕੋਲ ਪਾਰਸ ਦੀ ਵੱਟੀ ਸੀ, ਪਾਰਸ ਕੱਢਿਆ, ਲੋਹੇ ਤੇ ਘਸਾਇਆ। ਕਹਿਣ ਲੱਗੇ ਦੇਖ ਤਾਂ, ਜਾ ਪੁੱਛ ਕੇ ਆ ਸ਼ਹਿਰ 'ਚ ਵੀ ਇਹ ਸੋਨਾ ਅਸਲੀ ਹੈ ਨਕਲੀ ਹੈ। ਚਲਿਆ ਗਿਆ। ਕਹਿਣ ਲੱਗੇ ਮਹਾਰਾਜ ਇਹ ਤਾਂ 12 ਬੰਨੀ ਦਾ ਸ਼ੁੱਧ ਸੋਨਾ ਹੈ, ਇਹਦੇ 'ਚ ਦੱਸਿਆ ਮੈਨੂੰ ਜੌਹਰੀਆਂ ਨੇ, ਕੋਈ ਖੋਟ ਨਹੀਂ। ਕਹਿੰਦੇ ਲੈ ਐਂ ਕਰ, ਇਹਨੂੰ ਵੀ ਰੱਖਦੇ ਪੇਟੀ 'ਚ, ਤੇ ਉਹ ਗਾਗਰ ਲਿਆ ਸੋਨੇ ਦੀ, ਉਹਦੇ ਵਿੱਚ ਪਾਰਸ ਰੱਖਦੇ, ਉਹ ਸੋਨੇ ਦੀ ਬਣ ਜਾਏਗੀ, ਜਦ ਆਪਾਂ ਨੂੰ ਲੋੜ ਪਏਗੀ ਉਸ ਵੇਲੇ ਕੱਢ ਲਾਂਗੇ। ਸੋ ਇਸ ਤਰ੍ਹਾਂ ਦੇ ਨਾਲ ਸੇਵਾ ਕਰਨ ਲੱਗ ਗਿਆ। ਗਾਗਰ ਰੱਖ ਦਿੱਤੀ, ਤਾਲਾ ਬੰਦ ਕਰ ਦਿੱਤਾ। ਤੇ ਇਹ ਜਿਹੜਾ ਪ੍ਰੇਮੀ ਸੀ ਗੱਲ ਗੱਲ ਤੇ ਕਹੇ, ਜਦ ਬਰਤਨ ਮਾਂਜੇ ਨਾਲਦਿਆਂ ਨੂੰ ਕਹੇ, ਦੇਖੋ ਮੈਂ ਚੌਧਰੀ ਹੋ ਕੇ ਭਾਂਡੇ ਮਾਂਜਦਾ, ਮੈਂ ਚੌਧਰੀ ਹੋ ਕੇ ਆਹ ਕੰਮ ਕਰਦਾ, ਮੈਂ ਐਂ ਕਰਦਾ, ਮੈਂ ਵੀ ਦੇਖੋ ਐਂ ਕਰ। 12 ਸਾਲ ਲੰਘ ਗਏ। 12 ਸਾਲ ਤੇ ਬਾਅਦ ਇੱਕ ਦਿਨ ਸੰਤਾਂ ਕੋਲ ਆਇਆ, ਬੜਾ ਨਾਰਾਜ਼ ਹੋਇਆ। ਕਹਿਣ ਲੱਗਿਆ, ਸੰਤ ਜੀ ਮੈਂ ਤਾਂ ਸੁਣਿਆ ਸੀ ਸੰਤ ਜਿਹੜੇ ਹੁੰਦੇ ਨੇ ਉਹ ਚੰਦਨ ਵਰਗੇ ਹੁੰਦੇ ਨੇ, ਤੇ ਬਾਣੀ ਵਿੱਚ ਆਉਂਦਾ ਹੈ, ਕਬੀਰ ਚੰਦਨ ਕਾ ਬਿਰਵਾ ਭਲਾ, ਵਿਹੜਿਓ ਢਾਕ ਪਲਾਸ, ਓਏ ਵੀ ਚੰਦਨ ਹੋ ਰਹੇ, ਬਸੇ ਜੋ ਚੰਦਨ ਪਾਸ। ਤੇ ਮੇਰੇ ਤੇ ਤਾਂ ਕੋਈ ਅਸਰ ਨਹੀਂ ਹੋਇਆ, ਮੇਰਾ ਮਨ ਉਸੇ ਤਰ੍ਹਾਂ ਤੜਫਦਾ ਜੋ ਗ੍ਰਸਤ ਵਿੱਚ ਸੀ, ਉਹ ਹੁਣ ਉਦੋਂ ਵੀ ਵੱਧ ਮੇਰੇ ਵਿੱਚ ਬੇਚੈਨੀ ਪੈਦਾ ਹੋ ਗਈ। ਤੇ ਤੁਸੀਂ ਮੈਨੂੰ ਕੋਈ ਉਪਦੇਸ਼ ਨਹੀਂ ਦਿੱਤਾ ਸਹੀ ਤਰੀਕੇ ਨਾਲ। ਮਹਾਤਮਾ ਕਹਿਣ ਲੱਗੇ, ਨਹੀਂ ਤਾਂ ਸਾਡਾ ਤਾਂ ਉਪਦੇਸ਼ ਸਭ ਵਾਸਤੇ ਸਾਂਝਾ ਹੈ, ਤੇਰੇ 'ਚ ਕੋਈ ਨੁਕਸ ਹੋਣਾ। ਕਹਿੰਦਾ ਮੇਰੇ 'ਚ ਕੱਢ ਦਿਓ ਨੁਕਸ। ਤੁਸੀਂ ਝੂਠੇ ਆਪ, ਪਖੰਡੀ ਆਪ ਨਰਾਦਰ ਦੇ ਬਚਨ ਕਹਿਣੇ ਸ਼ੁਰੂ ਕਰਦੇ। ਕਹਿੰਦੇ ਕੋਈ ਨਾ, ਤੂੰ ਇਹ ਬਚਨ ਨਾ ਕਹਿ, ਗੱਲ ਜਾਣ ਸਮਝਣ ਦਾ ਯਤਨ ਕਰ। ਕਹਿਣ ਲੱਗੇ ਜਾ ਉਹ ਗਾਗਰ ਲੈ ਕੇ ਆ, ਜਿਹੜੀ ਲੋਹੇ ਦੀ ਆਪਾਂ ਰੱਖੀ ਸੀ, ਸੋਨੇ ਦੀ ਬਣ ਗਈ ਹੋਣੀ ਹੈ, ਭੰਡਾਰਾ ਆਪਣਾ ਨੇੜੇ ਆ ਰਿਹਾ ਤੇ ਵੱਡਾ ਭੰਡਾਰਾ ਕਰਨਾ ਹੈ, ਸੋ ਇਸ ਕਰਕੇ ਤੂੰ ਉਹ ਗਾਗਰ ਲਿਆ ਕੱਢ ਕੇ। ਸੋ ਉਹਨੂੰ ਲੈਣ ਵਾਸਤੇ ਜਦੋਂ ਚਾਬੀ ਲਾ ਕੇ ਕੱਢੀ, ਉੱਥੋਂ ਹੀ ਕਹਿਣ ਲੱਗਿਆ, ਕਹਿੰਦਾ ਸੰਤ ਜੀ ਤੁਸੀਂ ਵੀ ਝੂਠੇ, ਤੁਹਾਡਾ ਪਾਰਸ ਵੀ ਝੂਠਾ। ਆਹ ਦੇਖੋ, ਕਹਿੰਦਾ 12 ਸਾਲ ਬਾਅਦ ਗਾਗਰ ਉਹੇ ਜਿਹੀ ਰਹੀ। ਕਹਿੰਦੇ ਪ੍ਰੇਮੀਆਂ ਸਾਡੇ ਕੋਲ ਤਾਂ ਲਿਆ, ਨੇੜੇ ਲੈ ਆਇਆ। ਜਿਸ ਵਕਤ ਨੇੜੇ ਆਇਆ, ਸੰਤ ਕਹਿੰਦੇ ਕੱਢ, ਇਹਦੇ ਵਿੱਚ ਪਾਰਸ ਦੀ ਵੱਟੀ ਹੈ। ਕਹਿੰਦਾ ਆਹੋ ਪਈ ਹੈ ਪਾਰਸ ਦੀ ਵੱਟੀ। ਕਹਿੰਦੇ ਦੇਖ ਇਹਦੇ ਉੱਤੇ ਤਾਂ ਨਹੀਂ ਕੋਈ ਚੀਜ਼ ਵਿੜ ਗਈ, ਧਿਆਨ ਨਾਲ ਦੇਖ। ਦੇਖਿਆ, ਨਹੁੰ ਨਾਲ ਖੁਰਚਿਆ ਤਾਂ ਕੀ ਦੇਖਦਾ, ਇੱਕ ਬਹੁਤ ਪਤਲਾ ਕਾਗਜ਼, ਗੱਠੇ ਦੇ ਪੱਤ ਵਰਗਾ, ਉਹਦੇ ਆਲੇ ਦੁਆਲੇ ਵਿੜਿਆ ਹੋਇਆ। ਕਹਿਣ ਲੱਗੇ ਲਾ ਦੇ। ਜਿਸ ਵਕਤ ਲਾਇਆ, ਕਹਿੰਦੇ ਹੁਣ ਲਾ ਇਹਨੂੰ। ਜਦ ਲਾਇਆ ਤਾਂ ਸੋਨੇ ਦੀ ਬਣ ਗਈ। ਕਹਿੰਦਾ ਇਹ ਪਾਰਸ ਤਾਂ ਸੱਚਾ ਹੈ, ਪਰ ਤੁਸੀਂ ਝੂਠੇ। ਕਹਿੰਦਾ ਪ੍ਰੇਮੀਆ ਅਸੀਂ ਵੀ ਝੂਠੇ ਨਹੀਂ, ਤੂੰ ਐਂ ਸਮਝ ਵੀ ਜਿਹੜਾ ਤੇਰਾ ਮਨ ਹੈ ਇਹਦੇ ਉੱਤੇ ਮੈਂ ਚੌਧਰੀ, ਮੈਂ ਚੌਧਰੀ, ਮੈਂ ਵੱਡਾ ਆਦਮੀ, ਮੈਂ ਅਮੀਰ, ਤੈਂ ਸੇਵਾ ਕਰੀ ਹੈ, ਤੂੰ ਤਾਂ ਹਉਮੈ ਵਿੱਚ ਕਰਦਾ ਰਹੀ। ਹਉਮੈ ਵਿੱਚ ਸੇਵਾ ਥਾਏ ਨਾ ਪਵੇ, ਹਉਮੈ ਵਿੱਚ ਕੀਤੀ ਹੋਈ ਸੇਵਾ ਥਾਂ ਨਹੀਂ ਪੈਂਦੀ, ਤੇ ਰਿਕੁਆਇਰਡ ਰਿਜ਼ਲਟ ਨਹੀਂ ਨਿਕਲਿਆ ਕਰਦਾ। ਤੂੰ ਬਚਨ ਤਾਂ ਸੁਣੇ ਨੇ, ਪਰ ਹਰ ਵਕਤ ਤੇਰੇ ਮਨ ਦੇ ਅੰਦਰ ਅਭਿਮਾਨ ਦਾ ਟਿੱਬਾ ਲੱਗਿਆ ਰਿਹਾ। ਜਿੱਥੇ ਟਿੱਬਾ ਹੋਵੇ ਉੱਥੇ ਪਾਣੀ ਨਹੀਂ, ਰੂਪ ਬਚਨ ਉਪਦੇਸ਼ ਨਹੀਂ ਠਹਿਰਿਆ ਕਰਦਾ। ਜਿਹੜਾ ਨੀਵਾਂ ਥਾਂ ਹੁੰਦਾ ਹੈ ਉੱਥੇ ਜਾ ਕੇ ਉਪਦੇਸ਼ ਠਹਿਰਦਾ ਹੈ। ਬਾਣੀ ਫਰਮਾਨ ਕਰਦੀ ਹੈ, ਕਬੀਰ ਗਰਭ ਜਨਾ ਵਡਿਆਈਆਂ ਧਨ ਜੋਬਨ ਆਗਾ, ਫਰੀਦਾ ਗਰਭ ਜਨਾ ਵਡਿਆਈਆਂ ਧਨ ਜੋਬਨ ਆਗਾ, ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉਂਦੇ। ਉਹ ਧਣੀ ਤੋਂ ਖਾਲੀ ਜਾਂਦੇ ਨੇ ਵਾਹਿਗੁਰੂ ਤੋਂ, ਜਿਵੇਂ ਟਿੱਬਿਆਂ ਤੇ ਮੀਂਹ ਪੈਂਦਾ, ਇੱਕ ਕਤਰਾ ਵੀ ਨਹੀਂ ਉੱਥੇ ਠਹਿਰਦਾ। ਉੱਥੇ ਮੱਕੀ ਬੀਜਣ ਜੋਗੀ ਵੀ ਗਿੱਲ ਨਹੀਂ ਹੁੰਦੀ। ਜਿਹੜੇ ਨੀਵੇਂ ਖੇਤ ਨੇ ਉਹਨਾਂ 'ਚ ਧਾਨ ਚੌਲ ਬੀਜਣ ਦੀ, ਜੀਰੀ ਬੀਜਣ ਦੀ ਗਿੱਲ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੇ ਸਾਂਭ ਲਿਆ। ਇਸੇ ਤਰ੍ਹਾਂ ਜਿਹੜੇ ਨਿਮਰਤਾ ਵਾਲੇ ਹਿਰਦੇ ਹੁੰਦੇ ਨੇ, ਉਹ ਮਹਾਂਪੁਰਸ਼ਾਂ ਦੇ ਉਪਦੇਸ਼ਾਂ ਨੂੰ ਧਾਰਨ ਕਰਦੇ ਨੇ ਹਿਰਦੇ ਦੇ ਅੰਦਰ। ਪਹਿਲਾਂ ਬਹਿਰੰਗ ਸਤਸੰਗ ਕਰਦੇ ਨੇ, ਫਿਰ ਅੰਤਰੰਗ ਸਤਸੰਗ ਕਰਦੇ ਨੇ। ਸੋ ਇਸ ਕਰਕੇ ਨੇਕ ਕੰਮ ਕਰਨ ਤੋਂ ਬਾਅਦ ਜੇ ਆਦਮੀ ਦੇ ਮਨ ਦੇ ਅੰਦਰ ਅਭਿਮਾਨ ਹੈ ਤਾਂ ਉਹਨਾਂ ਦਾ ਫਲ ਟੋਟਲੀ ਜ਼ਾਇਲ ਹੋ ਜਾਂਦਾ, ਖਤਮ ਹੋ ਜਾਂਦਾ। ਮਹਾਰਾਜ ਦਾ ਫਰਮਾਨ ਹੈ ਕਿ ਤੀਰਥ ਵਰਤ ਅਰਦਾਨ ਕਰ, ਮਨ ਮੇ ਧਰੈ ਗਮਾਨ, ਨਾਨਕ ਨੇਫਲ ਜਾਤ ਤੇ ਜਿਉਂ ਪਹੁੰਚਿਆ ਇਸ਼ਨਾਨ। ਹਾਥੀ ਦਾ ਮਲ ਮਲ ਕੇ ਇਸ਼ਨਾਨ ਕਰਾਇਆ, ਲੇਕਿਨ ਬਾਹਰ ਆ ਕੇ ਕੀ ਕਰਿਆ, ਬਰੇਤੀ ਦੇ ਉੱਤੇ ਆ ਕੇ ਸੁੰਡ ਭਰ ਲਈ ਖਿੱਚ ਕੇ,
ਤੇ ਪਿੱਛੇ ਨੂੰ ਕਰਕੇ ਆਪਣੇ ਸਰੀਰ ਦੇ ਉੱਤੇ ਸਿੱਟਣੀ ਸ਼ੁਰੂ ਕਰ ਦਿੱਤੀ। ਜਿਹਾ ਜਿਹਾ ਨਾਤਾ ਜਿਹਾ ਜਿਹਾ ਨਾ ਨਾਤਾ। ਇਸੇ ਤਰ੍ਹਾਂ ਦੇ ਨਾਲ ਤੀਰਥ ਕਰਨ ਵਾਲਾ ਕਹਿੰਦਾ ਮੈਂ ਤੀਰਥ ਕਰੇ 68 ਤੀਰਥਾਂ ਤੇ ਗਿਆ, ਮੈਂ ਕਰਿਆ, ਮੈਂ ਦਾਨ ਦਿੱਤਾ, ਵਰਤ ਰੱਖੇ, ਮੈਂ ਇੰਨਾ ਚਿਰ ਵਰਤ ਰੱਖੇ ਨੇ, ਮੈਂ ਇੰਨਾ ਚਿਰ ਭੁੱਖਾ ਰਿਹਾ, ਮੈਂ ਗੋਇੰਦਵਾਲ ਸਾਹਿਬ ਜਾ ਕੇ 84 ਪਾਠ ਕਰੇ, ਕੁਛ ਨਹੀਂ ਖਾਧਾ ਜਦ ਤੱਕ 84 ਪਾਠ ਜਪਜੀ ਸਾਹਿਬ ਦੇ ਹਰ ਪੌੜੀ ਤੇ ਨਾ ਕੀਤੇ। ਸੋ ਇਸ ਤਰ੍ਹਾਂ ਦੇ ਨਾਲ ਅਭਿਮਾਨ ਆ ਜਾਂਦਾ। ਮਹਾਰਾਜ ਕਹਿੰਦੇ ਕੀ ਬਣਦਾ? ਕਹਿੰਦੇ ਤੁਹਾਡਾ ਸਾਰਾ ਨਿਹਫਲ ਜਾਂਦਾ। ਤੀਰਥ ਵਰਤ ਅਰਦਾਨ ਕਰ ਮਨ ਵਿੱਚ ਧਰੇ ਗੁਮਾਨ। ਇਹ ਕਥਾ ਹੈ ਪੁਰਾਣੀ ਕਿ ਇੱਕ ਰਾਜਾ ਜਜਾਤੀ ਨਾਮ ਦਾ ਹੋਇਆ। ਉਹ ਰਾਜੇ ਨੇ ਬਹੁਤ ਤਪੱਸਿਆ ਕਰੀ, ਇੰਨਾ ਪੁੰਨਦਾਨ ਕੀਤਾ ਕਿ ਬਾਣ ਮਾਰਦਾ ਸੀ, ਜਿੱਥੇ ਜਾ ਕੇ ਗਿਰਦਾ ਸੀ ਉੱਥੇ ਯੱਗਸ਼ਾਲਾ ਬਣਾ ਕੇ ਯੱਗ ਕਰਦਾ ਸੀ। ਇੰਨੇ ਯੱਗ ਕਰ ਦਿੱਤੇ ਕਿ ਸਵਰਗ ਦੇ ਅੰਦਰ ਇੰਦਰ ਲੋਕ ਦੇ ਵਿੱਚ ਉਸ ਦੇ ਪ੍ਰਤਾਪ, ਤੇਜ ਪ੍ਰਤਾਪ ਦੀ ਮਹਿਮਾ ਹੋਣ ਲੱਗੀ। ਇੰਦਰ ਡਰ ਗਿਆ ਕਿ ਇਹ ਤਾਂ ਮੇਰਾ ਤਖਤ ਲਏਗਾ। ਵਿਸ਼ਨੂੰ ਭਗਵਾਨ ਜੀ ਦੇ ਪਾਸ ਜਾ ਕੇ ਕਹਿਣ ਲੱਗਿਆ ਕਿ ਮਹਾਰਾਜ, ਰਾਜੇ ਜਜਾਤੀ ਦਾ ਤਪ ਮੇਰੇ ਤੋਂ ਸਿਆ ਨਹੀਂ ਜਾਂਦਾ, ਸੇਕ ਮਾਰਦਾ, ਮੈਂ ਇੱਥੇ ਬੈਠਾ ਡਰਦਾ, ਕਿਰਪਾ ਕਰੋ, ਮੇਰਾ ਤਾਂ ਅਜੇ ਸਮਾਂ ਬਹੁਤ ਰਹਿੰਦਾ ਹੈ, ਤੇ ਜੇ ਉਹਨੇ ਸਾਰੀ ਧਰਤੀ ਦੇ ਦੁਆਲੇ ਜੱਗ ਕਰ ਲਏ ਤਾਂ ਫਿਰ ਮੈਂ ਤਾਂ ਉਹਦਾ ਤਪ ਨਹੀਂ ਸਹਿ ਸਕਣਾ, ਮੈਂ ਆਪਣੇ ਸਮੇਂ ਤੋਂ ਪਹਿਲਾਂ ਹੀ ਰਿਟਾਇਰ ਹੋ ਜਾਵਾਂਗਾ। ਕਹਿਣ ਲੱਗੇ ਇੰਦਰ ਇੱਕ ਗੱਲ ਕਰ, ਉਹਦੇ ਕੋਲ ਜਾ ਕੇ ਉਹਦੀ ਉਸਤਤ ਕਰ, ਉਹਦੇ ਜੱਗਾਂ ਦੀ ਵਡਿਆਈ ਕਰ, ਉਸ ਦੀ ਵਡਿਆਈ ਕਰ, ਤੇ ਜਿਸ ਵਕਤ ਉਹਨੂੰ ਮਾਣ ਹੋਏਗਾ, ਮਾਣ ਦੀਆਂ ਗੱਲਾਂ ਕਰੇਗਾ, ਉਹਦਾ ਫਲ ਨਸ਼ਟ ਹੋ ਜਾਏਗਾ। ਸੋ ਇੰਦਰ ਆਇਆ, ਆ ਕੇ ਕਹਿਣ ਲੱਗਿਆ ਰਾਜਨ, ਮੇਰੀ ਉਮਰ 3 ਕਰੋੜ 56 ਸਾਲ ਦੀ ਹੁੰਦੀ ਹੈ ਤੇ ਮੈਂ ਇੰਦਰ ਦੀ ਪਦਵੀ ਤੇ ਰਹਿਣਾ, ਤੇ ਕਿੰਨੇ ਰਾਜੇ ਮੇਰੇ ਹੁੰਦੇ ਹੁੰਦੇ ਸੰਸਾਰ ਤੋਂ ਲੰਘ ਜਾਂਦੇ ਨੇ, ਕਿੰਨੀ ਵਾਰੀ ਸੰਸਾਰ ਦੇ ਉੱਤੇ ਤਬਾਹੀ ਆਉਂਦੀ ਹੈ, ਕਿੰਨੀ ਵਾਰੀ ਸੰਸਾਰ ਦੇ ਉੱਤੇ ਆਬਾਦੀਆਂ ਆਉਂਦੀਆਂ, ਤੇ ਮੈਂ ਤੇਰੇ ਵਰਗਾ ਨਹੀਂ ਕੁਝ ਦੇਖਿਆ ਜਿਹਨੇ ਐਡਾ ਬੜਾ ਤਪ ਕਰਿਆ ਹੋਏ। ਕਹਿਣ ਲੱਗੇ ਹਾਂ, ਮੈਂ ਤਾਂ ਕਹਿੰਦੇ ਇੰਨੇ ਜੱਗ ਕਰ ਦਿੱਤੇ, ਗਿਣਤੀ ਮਿਣਤੀ ਤੋਂ ਬਾਹਰ ਆ, ਇੰਨਾ ਮੈਂ ਦਾਨ ਕਰ ਦਿੱਤਾ, ਇੰਨੇ ਮੈਂ ਵਰਤ ਰੱਖੇ ਨੇ, ਇੰਨੇ ਮੈਂ ਤੀਰਥ ਕਰੇ ਆ। ਜਿਉਂ ਜਿਉਂ ਗੱਲ ਕਰਦਾ ਤਿਉਂ ਤਿਉਂ ਉਹਦਾ ਤਪ ਨਸ਼ਟ ਹੁੰਦਾ ਤੁਰਿਆ ਜਾਂਦਾ, ਠੰਡ ਪੈਂਦੀ ਜਾਂਦੀ ਹੈ। ਇੰਦਰ ਨੇ ਦੇਖ ਲਿਆ ਕਿ ਇਹਦਾ ਕੀਤੇ ਹੋਏ ਤਪ ਦਾ ਸਾਰਾ ਜਿਹੜਾ ਫਲ ਸੀ ਉਹ ਨਸ਼ਟ ਹੋ ਗਿਆ ਤੇ ਵਾਪਸ ਆ ਗਿਆ। ਸੋ ਮਹਾਰਾਜ ਫਰਮਾਨ ਕਰਦੇ ਆ ਕਿ ਪ੍ਰੇਮੀਓ, ਮਾਣ ਐਡੀ ਬੁਰੀ ਚੀਜ਼ ਹੈ, ਤੀਰਥ ਵਰਤ ਅਰਦਾਨ ਕਰ ਮਨ ਵਿੱਚ ਧਰੈ ਗੁਮਾਨ, ਨਾਨਕ ਨੇਫਲ ਜਾਤੇ ਜਿਉਂ ਪਹੁੰਚੇ ਰਿਸ਼ਨਾ। ਕਬੀਰ ਬਾਂਸ ਬੜਾਈ ਬੂਢਿਆ, ਇਉਂ ਮਤ ਡੂਬੋ ਕੋਏ, ਚੰਦਨ ਕੇ ਨਿਕਟੇ ਵਸੈ ਬਾਂਸ ਸੁਗੰਧ ਨਾ। ਕਿਉਂ ਨਹੀਂ ਸੁਗੰਧੀ ਹੁੰਦੀ? ਉੱਚਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਕਿ ਚੰਦਨ ਦਾ ਨੇੜੇ ਰਹਿ ਕੇ ਵੀ ਬਾਂਸ ਦੇ ਵਿੱਚ ਸੁਗੰਧੀ ਨਹੀਂ ਆਇਆ ਕਰਦੀ। ਇਸੇ ਤਰ੍ਹਾਂ ਸਿੰਬਲ ਰੁੱਖ ਸਰਾਇਰਾ, ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਰਾਤੇ ਕਿਸ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵਨ ਮਿੱਠਤ ਨੀਵੀਂ, ਨਾਨਕਾ ਗੁਣ ਚੰਗਿਆਈਆਂ ਤਾਂ। ਸੋ ਅਭਿਮਾਨ ਦੇ ਨਾਲੋਂ ਨਿਮਰਤਾ ਰੂਪ ਮਿੱਠਤ ਜਿਹੜੀ ਹੈ ਉਹ ਬਹੁਤ ਅੱਛੀ ਹੋਇਆ ਕਰਦੀ। ਸੋ ਬੁਰਾ ਹੈ ਇਹ। ਸੋ ਐਸਾ ਗਰਭ ਬੁਰਾ ਸੰਸਾਰ ਹੈ, ਜਿਸ ਗੁਰ ਮਿਲੇ ਤਿਸ ਗਰਭ ਨਿਵਾਰ ਹੈ। ਜਿੰਨਾ ਚਿਰ ਗੁਰੂ ਨਹੀਂ ਮਿਲਦਾ ਉਨੀ ਦੇਰ ਤੱਕ ਨੁਗਰੇ ਪੁਰਸ਼ ਦੇ ਅੰਦਰ ਅਭਿਮਾਨ ਨਹੀਂ ਜਾਇਆ ਕਰ। ਤੇ ਵੱਡੇ ਵੱਡਿਆਂ ਦੀ ਇਸ ਨੇ ਹਾਨੀ ਕੀਤੀ ਹੈ। ਮਹਾਰਾਜ ਫਰਮਾਨ ਕਰਦੇ ਨੇ ਕਿ ਦੁਰਮਤ ਹਰਨਾਕਸ਼ ਦੁਰਾਚਾਰੀ, ਖੋਟੀ ਮਤ ਅਭਿਮਾਨੀ ਸੀਗਾ ਹਰਨਾਕਸ਼। ਪ੍ਰਭ ਨਾਰਾਇਣ ਗਰਭ ਪ੍ਰਹਾਰੀ, ਵਾਹਿਗੁਰੂ ਨੇ ਆਪ ਆ ਕੇ ਉਹਦਾ ਗਰਭ ਤੋੜਿਆ। ਉਹ ਨਰਸਿੰਘ ਰੂਪ ਹੋ ਕੇ ਆਇਆ ਪ੍ਰਹਲਾਦ ਦੀ ਰਕਸ਼ਾ ਕਰਨ ਵਾਸਤੇ। ਪ੍ਰਹਲਾਦ ਉਧਾਰੇ ਕਿਰਪਾ ਧਾਰੀ। ਦੂਸਰੇ ਆਪ ਫਰਮਾਨ ਦਿੰਦੇ ਨੇ ਕਿ ਰਾਵਣ ਜੋ ਲੰਕਾ ਦਾ ਰਾਜਾ ਬਹੁਤ ਬਲਵਾਨ ਸੀ, ਜਿਸ ਦੇ ਪਾਸ ਅੰਮ੍ਰਿਤ ਦੀ ਕਮਾਈ ਹੋਈ ਚੀਜ਼ ਸੀ ਕਿ ਉਹ ਮਰਦਾ ਨਹੀਂ ਸੀ, ਜ਼ਖਮੀ ਵੀ ਹੋ ਜਾਵੇ, ਤੇ ਬਹੁਤ ਸ਼ਕਤੀ ਦਾ ਮਾਲਕ ਸੀ। ਭੁੱਲੋ ਰਾਵਣ ਮੁਗਧ ਅਚੇਤ, ਭੁੱਲ ਗਿਆ ਤੇ ਸੀਤਾ ਜੀ ਨੂੰ ਚੁੱਕ ਲਿਆ। ਗਲਤ ਗੱਲਾਂ 'ਚ ਪ੍ਰਵਿਰਤ ਹੋ ਗਿਆ, ਨਾਸਤਕ ਮਤ ਚਾਲੂ ਕਰਤਾ। ਫਿਰ ਹੋਇਆ ਕਿ ਲੁੱਟੀ ਲੰਕਾ ਸੀ ਸਮੇਤ, ਲੰਕਾ ਵੀ ਸੋਨੇ ਦੀ ਲੁੱਟੀ ਗਈ। ਕਹਾਂ ਭਇਓ ਦਰ ਬਾਂਧੇ ਹਾਥੀ, ਛਿਨਵੇਂ ਪਈ ਪਰਾਈ, ਸਰਵ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ। ਕਹਾਂ ਭਇਓ ਦਰ ਬਾਂਧੇ ਹਾਥੀ, ਛਿਨਵੇਂ ਪਈ ਪਰਾਈ। ਕਿ ਛਿਨ ਨਹੀਂ ਲੱਗਿਆ ਜਿਸ ਵਕਤ ਲੰਕਾ ਦਾ ਰਾਜ ਖੋ ਕੇ ਭਵੀਖਣ ਨੂੰ ਦੇ ਦਿੱਤਾ। ਬੁੱਢਾ ਭੁੱਲੋ ਰਾਵਣ ਮੁਗਧ ਅਚੇਤ, ਲੂਟੀ ਲੰਕਾ ਸੀ ਸਮੇਤ, ਗਰਭ ਗਿਆ ਬਿਨ ਸਤਿਗੁਰ ਹੈ। ਗਰਭ ਦੇ ਵਿੱਚ ਰਿਹਾ ਕਿਉਂਕਿ ਗੁਰੂ ਨੂੰ ਪਿਆਰ ਨਹੀਂ ਸੀ ਕਰਦਾ। ਇਸੇ ਤਰ੍ਹਾਂ ਇੱਕ ਹੋਰ ਰਾਜਾ ਹੋਇਆ ਦੁਆਪਰ ਯੁੱਗ ਦੇ ਅੰਦਰ, ਜਿਸ ਦਾ ਨਾਮ ਦੁਰਯੋਧਨ ਸੀ ਤੇ ਜਿਸ ਦਾ 100 ਭਰਾ ਸੀ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਪਾਈ, 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ।
ਉਹਦੀ ਦੇਹੀ ਰੁਲਦੀ ਪਈ ਮੈਦਾਨੇ ਜੰਗ 'ਚ, ਕੋਈ ਸੰਸਕਾਰ ਕਰਨ ਵਾਲਾ ਨਾ ਰਿਹਾ। ਤੇ ਕਿੱਡਾ ਦੀ ਤਾਕਤ ਸੀ ਕਿ 12 ਯੋਜਨ 48 ਕੋਹ ਦੇ ਅੰਦਰ ਜਦ ਫੌਜਾਂ ਸਲਾਮੀ ਦਿੰਦੀਆਂ ਸੀ, ਇੰਨੇ ਰਾਜੇ ਉਸ ਦੇ ਮਤੀਹ ਸੀ ਕਿ ਜਦੋਂ ਚੱਲਦਾ ਸੀ ਤਾਂ ਉਹਦੇ ਉੱਤੇ ਛਤਰ ਰਹਿੰਦਾ ਸੀ 48 ਕੋਹ ਦੇ ਅੰਦਰ 12 ਯੋਜਨ। ਸੋ ਜਿਹੜਾ ਦੁਰਯੋਧਨ ਸੀ, ਬੂਢਾ ਦੁਰਯੋਧਨ ਪਤ ਖੋਈ, ਰਾਮ ਨਾ ਜਾਣਿਆ ਕਰਤਾ ਸੋਈ, ਜਨ ਕੋ ਦੁਖ ਪਚੈ ਦੁਖ ਹੋਈ। ਸੋ ਮਹਾਰਾਜ ਫਰਮਾਨ ਕਰਦੇ ਆ, ਕਮਰ ਕਟਾਰਾ ਬੰਕੜਾ ਬੰਕੇ ਕਾ ਸਵਾਰ, ਗਰਭ ਨਾ ਕੀਜੈ ਨਾਨਕਾ ਮਤ ਸਿਰ ਆਵੈ ਪਾਰ। ਸੋ ਹੰਕਾਰ ਨਹੀਂ ਪਰਮੇਸ਼ਰ ਨੂੰ ਪਾਉਂਦਾ, ਪਤਾ ਨਹੀਂ ਹੈ ਵੀ ਕਿ ਰੱਬ ਕੀ ਕਰ ਦੇਵੇ। ਹੁਣ ਕੁਛ ਹੁੰਦਾ, ਥੋੜ੍ਹੀ ਦੇਰ ਤੇ ਬਾਅਦ ਕੁਛ ਦਾ ਕੁਛ ਬਣ ਜਾਇਆ ਕਰਦਾ। ਹਰ ਜਿਉ ਹੰਕਾਰ ਨਾ ਪਾਵੇ, ਵੇਦ ਕੂਕ ਸੁਣਾ। ਸੋ ਹੰਕਾਰ ਦੇ ਅੰਦਰ ਜਦ ਆਦਮੀ ਆਉਂਦਾ ਹੈ, ਉਸ ਵੇਲੇ ਸਤਸੰਗ 'ਚ ਆ ਕੇ ਉਹਦਾ ਅਪਮਾਨ ਉਸ ਦੇ ਹਿਰਦੇ 'ਚ ਕੋਈ ਚੀਜ਼ ਪੈਣ ਨਹੀਂ ਦਿਆ ਕਰਦਾ। ਸੋ ਹੰਕਾਰ ਬਹੁਤ ਬੁਰੀ ਚੀਜ਼ ਹੈ। ਇਹਦੇ ਮੁਕਾਬਲੇ 'ਤੇ ਜੋ ਨਿਮਰਤਾ ਧਾਰਨ ਕਰੀ ਹੈ, ਉਹ ਸਾਰੀ ਚੀਜ਼ ਗ੍ਰਹਿਣ ਕਰ ਲੈ ਜਾਂਦਾ। ਨਿਮਰਤਾ ਵਾਲਾ ਸਤਸੰਗ ਦਾ ਅਧਿਕਾਰੀ ਹੋਇਆ ਕਰਦਾ, ਹੰਕਾਰੀ ਨਹੀਂ ਹੋਇਆ ਕਰਦਾ। ਕਬੀਰ ਸਾਹਿਬ ਫਰਮਾਉਂਦੇ ਨੇ ਕਿ ਹਰ ਹੈ ਖਾਂਡ ਰੇਤ ਮੈਂ ਵਿਖਰੀ, ਹਸਤੀ ਚੁਣੀ ਨਾ ਜਾਈ। ਹਸਤੀ ਨੂੰ ਹੰਕਾਰ ਦਾ ਪ੍ਰਤੀਕ ਦੇ ਕੇ ਇੱਥੇ ਗੱਲ ਕਰੀ ਹੈ ਬਈ ਹਾਥੀ ਰੇਤੇ ਵਿੱਚ ਜੇ ਖੰਡ ਰਲ ਜਾਵੇ ਉਸ ਨੂੰ ਚੱਕ ਨਹੀਂ ਸਕਦਾ। ਬਲੀ ਕਿੰਨਾ ਜ਼ਬਰਦਸਤ ਹੈ, ਉਹਦੀ ਜਿੰਨੀ ਕਿਸੇ ਜਾਨਵਰ 'ਚ ਤਾਕਤ ਨਹੀਂ ਹੈ। ਸਭ ਤੋਂ ਤਾਕਤਵਰ ਹੈ, 100 ਮਣ ਪੱਕਾ ਉਸ ਦਾ ਬੋਝ ਹੁੰਦਾ। ਲੇਕਿਨ ਹੁਣ ਖੰਡ ਤਾਂ ਚੁਣ ਨਹੀਂ ਸਕਦਾ। ਆਤਮ ਗਿਆਨ, ਉਸ ਨੂੰ ਆਤਮ ਗਿਆਨ ਰੂਪੀ ਖੰਡ ਉਹਦੇ ਚੁਣੀ ਨਹੀਂ ਜਾ ਸਕਦੀ ਹੈ ਮਾਇਆ ਰੂਪੀ ਰੇਤ ਦੇ ਵਿੱਚੋਂ, ਕਿਉਂਕਿ ਉਹ ਬੇਮਾਨੀ ਹੈ। ਤੇ ਹੁਣ ਚੁਣਦੀ ਕੌਣ ਹੈ? ਕਹਿੰਦੇ ਜੇ ਕੀੜੀ ਰੂਪ ਧਾਰ ਲਵੇ, ਕਹੋ ਕਬੀਰ ਗੁਰ ਭਲੀ ਬਜਾਈ, ਚੀਟੀ ਹੋਏ ਚੁਣ ਖਾਈ। ਚੀਟੀ ਹੋਏ ਕੇ ਖਾਈ, ਕੀੜੀ ਬਣ ਕੇ ਉਹਨੂੰ ਚੁਣਿਆ ਕਿ ਉਹ ਨਿਮਰਤਾ ਧਾਰਨ ਤੋਂ ਬਾਅਦ। ਸੋ ਜਿਸ ਦੇ ਅੰਦਰ ਨਿਮਰਤਾ ਹੈ, ਉਹਦੇ ਅੰਦਰ ਇਹ ਭਾਵਨਾ ਹੁੰਦੀ ਹੈ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਇਹ ਗੁਰਮਤਿ ਦਾ ਸਿਧਾਂਤ ਹੈ। ਸਾਧ ਸੰਗਤ ਜੀ, ਆਪਣੇ ਆਪ ਨੂੰ ਕਦੇ ਭੁੱਲ ਕੇ ਵੀ ਚੰਗਾ ਨਾ ਕਹੋ। ਜਿਹੜਾ ਬੰਦਾ ਚੰਗਾ ਕਹਿੰਦਾ ਹੈ, ਆਪਸ ਕੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਕਟ ਨਾ ਆਵੈ। ਉਹਦੇ ਕੋਲ ਭਲਾਈ ਕਦੇ ਕਹਿੰਦੇ ਨੇੜੇ ਤੇੜੇ ਨਹੀਂ ਆਉਂਦਾ। ਸਰਵ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਸੋ ਜਿਸ ਦੇ ਮਨ ਦੇ ਅੰਦਰ ਨਿਮਰਤਾ ਆ ਜਾਵੇ, ਸਾਰਿਆਂ ਦੇ ਰੇਣ ਬਣ ਜਾਂਦਾ ਹੈ, ਉਸ ਨੂੰ ਪ੍ਰਾਪਤ ਹੁੰਦੀ ਹੈ। ਗੁਰੂ ਮਹਾਰਾਜ ਇਹ ਕਹਿੰਦੇ ਨੇ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣ ਕਾ ਤੋ ਹਮਾਰੇ ਪਾਸ। ਹੰਕਾਰੀ ਬਣ ਕੇ ਨਾ ਮੇਰੇ ਕੋਲ ਆਈ, ਰੇਣਕਾਰ ਨੀਵਾਂ ਹੋ ਕੇ ਆਈ। ਜਦ ਤੂੰ ਨੀਵਾਂ ਹੋ ਕੇ ਆਏਗਾ ਫਿਰ ਸਭ ਕੁਝ ਪ੍ਰਾਪਤ ਹੋ ਜਾਏਗਾ। ਜੇ ਨੀਵਾਂ ਨਹੀਂ ਹੋਏਗਾ ਫਿਰ ਨਹੀਂ ਹੁੰਦਾ। ਤੇ ਬਾਣੀ ਵਿੱਚ ਆਉਂਦਾ ਹੈ ਕਿ ਬੁਰਾ ਨਾ ਕਿਸੇ ਨੂੰ ਕਹੋ। ਕਹਿੰਦੇ ਜੀ ਫਿਰ ਬੁਰਾ ਕੌਣ ਹੈ? ਕਹਿੰਦੇ ਫਿਰ ਆਪਾਂ ਹੀ ਬੁਰੇ ਹਾਂ ਸਾਰਿਆਂ ਨਾਲ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ। ਮੇਰੇ ਤੋਂ ਤਾਂ ਸਾਰੇ ਹੀ ਚੰਗੇ ਨੇ, ਮੈਂ ਹੀ ਬੁਰਾ। ਕਹਿੰਦੇ ਜਿਹਨੇ ਹਿਰਦੇ ਤੋਂ ਇਹ ਗੱਲ ਕਹਿ ਲਈ, ਹਿਰਦੇ ਤੋਂ ਇਹ ਗੱਲ ਕਹਿ ਲਈ, ਕਹਿੰਦੇ ਉਹ ਮੇਰਾ ਮਿੱਤਰ ਹੈ। ਜਿਹਨੇ ਐਸਾ ਕਰ ਬੂਝਿਆ, ਮੀਤ ਹਮਾਰਾ ਸੋਈ। ਹੁਣ ਸਾਡੇ ਐਟੀਟਿਊਡ ਕੀ ਹੁੰਦਾ ਮਾਈਂਡ ਦਾ? ਅਰਦਾਸੀਆ ਅਰਦਾਸ ਕਰਦਾ ਹੈ ਤੇ ਉਹ ਅਰਦਾਸ ਦੇ ਵਿੱਚ ਕਹਿੰਦਾ ਹੈ ਕਿ ਹੇ ਪ੍ਰਭੂ, ਮੈਂ ਤਾਂ ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ, ਚੋਰ ਜਾਰ ਜੁਹਾਰੀਆ, ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ। ਤੇ ਇਸ ਤਰ੍ਹਾਂ ਦੇ ਨਾਲ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਵਿਸ਼ਵਾਸ ਘਾਤੀ ਕਿਰਤ ਘਣ, ਮੈਂ ਕੋ ਨਾ ਰਖੰਦਾ, ਸਿਮਰ ਮਰੀਦਾਂ ਢਾਡੀਆਂ, ਸਤਿਗੁਰ ਬਖਸ਼ਣ। ਸ਼ਬਦ ਪੜ੍ਹ ਦਿੰਦਾ ਹੈ ਕਿ ਮੈਂ ਸਭ ਤੋਂ ਬੁਰਾ। ਲੇਕਿਨ ਇਹਦੇ ਵਿਪਰੀਤ ਕੀ ਹੁੰਦਾ? ਇੰਨਾ ਮਨ ਦੇ ਅੰਦਰ ਅਭਿਮਾਨ ਹੁੰਦਾ ਹੈ ਉਸ ਦੇ ਕਿ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ। ਪਹਿਲਾਂ ਕਿਸੇ ਨੂੰ ਫਤਿਹ ਬੁਲਾ ਕੇ ਵੀ ਰਾਜੀ ਨਹੀਂ। ਐਕਸਪੈਕਟ ਕਰਦਾ ਕਿ ਮੈਨੂੰ ਇਹ ਫਤਿਹ ਬੁਲਾਉਣ, ਮੇਰਾ ਹੀ ਆਦਰ ਕਰਨ, ਮੇਰੇ ਹੀ ਦੁਆਲੇ ਘੁੰਮਣ। ਤੇ ਮੇਰੀ ਡਿਊਟੀ ਨਹੀਂ ਹੈ ਕਿਸੇ ਦੇ ਮੈਂ ਵੀ ਚਰਨੀ ਹੱਥ ਲਾ ਦੇਵਾਂ, ਮੈਂ ਵੀ ਕਿਸੇ ਨੂੰ ਪਹਿਲਾਂ ਆਏ ਨੂੰ ਆਦਰ ਦੇ ਦਾਂ। ਤੇ ਕਿਉਂਕਿ ਉਹਦੇ ਮਨ ਦੇ ਅੰਦਰ ਅਭਿਮਾਨ ਹੈ, ਉਹ ਕਹਿੰਦਾ ਮੈਂ ਉੱਚਾ। ਨਿੰਦਿਆ ਉਹ ਬੰਦਾ ਕਰੇਗਾ ਜਿਹੜੇ ਬੰਦੇ ਦੇ ਅੰਦਰ ਇਹ ਅਭਿਮਾਨ ਹੋਏਗਾ ਕਿ ਮੈਂ ਚੰਗਾ, ਦੂਸਰੇ ਦੇ ਦੋਸ਼ ਕੱਢੇਗਾ। ਸੋ ਇਸ ਕਰਕੇ ਇਹ ਚੀਜ਼ ਕਹਿੰਦੇ ਜਿਹਦੇ ਹਿਰਦੇ ਦੇ ਅੰਦਰ ਸੱਚਮੁੱਚ ਇਹ ਗੱਲ ਆ ਗਈ ਕਿ ਵੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ, ਮੀਤ ਹਮਾਰਾ ਸੋ ਅੰਧ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਲ ਜਾਓ ਇਹ ਬਟਪਣਾ ਮਾਇਆ ਲਪਟਾਏ। ਸੋ ਸੁੱਖਾਂ ਦਾ ਜੋ ਰਸਤਾ ਹੈ, ਸੁਖੀ ਬਸੇ ਮਸਕੀਨੀਆਂ ਆਵਰਨ ਵਾਰ ਤਲੇ। ਜਿਹੜਾ ਨਿਮਰਤਾ ਧਾਰਨ ਕਰਦਾ ਹੈ ਉਹ ਸੁਖੀ ਹੋਇਆ ਕਰਦਾ। ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ,
ਬੇਧਿਆਨੇ ਜੇ ਅਸੀਂ ਆਵਾਂਗੇ ਸਾਨੂੰ ਪੂਰਾ ਪੂਰਾ ਫਲ ਪ੍ਰਾਪਤ ਨਹੀਂ ਹੋਏਗਾ। ਜਿਸ ਵਕਤ ਅਸੀਂ ਪੂਰੇ ਸਾਵਧਾਨ ਹੋ ਕੇ ਇੱਥੇ ਸਤਸੰਗ 'ਚ ਆਵਾਂਗੇ ਉਸ ਵੇਲੇ ਸਾਨੂੰ ਬਹੁਤ ਵੱਡੇ ਵੱਡੇ ਫਲ ਪ੍ਰਾਪਤ ਹੋ ਜਾਣਗੇ। ਸੋ ਇਹ ਯਾਦ ਰੱਖਣੀ ਚਾਹੀਦੀ ਹੈ ਗੱਲ ਕਿ ਪਹਿਲਾਂ ਸ਼ਰਧਾ ਧਾਰ ਕੇ ਘਰ ਤੋਂ ਚੱਲੋ। ਉਸ ਤੋਂ ਬਾਅਦ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਨਿਮਰਤਾ ਦੇ ਨਾਲ ਨਮਸਕਾਰ ਕਰੋ ਅਤੇ ਫਿਰ ਬੈਠ ਜਾਓ ਜਿਸ ਥਾਂ ਦੇ ਉੱਤੇ ਥਾਂ ਮਿਲਦਾ ਹੈ। ਅਤੇ ਉਸ ਵੇਲੇ ਫਿਰ ਹਿਰਦੇ ਦੇ ਅੰਦਰ ਅਭਿਮਾਨ ਨਾ ਲਿਆਓ ਕਿ ਮੈਂ ਬਹੁਤ ਕੁਛ ਜਾਣਦਾ। ਜਿਹਦੇ ਮਨ 'ਚ ਇਹ ਅਭਿਮਾਨ ਹੈ ਉਹਨੂੰ ਕੋਈ ਫਾਇਦਾ ਨਹੀਂ ਹੋ ਸਕਦਾ। ਇਸ ਤੋਂ ਅੱਗੇ ਜੋ ਤੀਸਰੀ ਬਾਤ ਹੈ ਉਹ ਹੈ ਕਿ ਚਿੱਤ ਨੂੰ ਇਕਾਗਰ ਕਰਕੇ ਬੈਠੋ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਸੋ ਇਸ ਦਾ ਜ਼ਿਕਰ ਅੱਗੇ ਨੂੰ ਕੀਤਾ ਜਾਏਗਾ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਅਤੇ ਇੱਥੇ ਹੀ ਮੈਂ ਸਮਾਪਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।